ਗੁਰੂ ਪਿਆਰੀ ਸਤ ਸੰਗਤ ਜੀ, ਗੁਰੂ ਫਤਿਹ ਪ੍ਰਵਾਨ। ਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਇਲਾਹੀ ਬੋਲ ਸ਼ਰਵਨ ਕੀਤੇ। ਸਿੰਘ ਸਾਹਿਬ ਹਰਬੰਸ ਸਿੰਘ ਦੀ ਮਧੁਰ ਤੇ ਮਿੱਠੀ ਰਸਨਾ ਤੋਂ ਆਪ ਜੀ ਨੇ ਗੌਰ ਮਤਾਲਾ ਕੀਤਾ ਹੋਵੇ। ਜਦੋਂ ਭਾਈ ਸਾਹਿਬ ਨੇ ਹੁਕਮਨਾਮਾ ਲਿਆ ਤੇ ਅਖੀਰ ਵਿੱਚ ਇੱਕ ਸ਼ਬਦ ਸੀ ਸੁੱਧ। ਭਾਈ ਸਾਹਿਬ ਜੀ ਨੇ ਉਹ ਨਹੀਂ ਪੜ੍ਹਿਆ, ਕਿਉਂਕਿ ਇਸ ਨੂੰ ਕਹਿੰਦੇ ਨੇ ਵਿਦਵਾਨ ਪੁਰਸ਼। ਕਿਉਂਕਿ ਇਹ ਜੋ ਸੁੱਧ ਲਿਖਿਆ ਹੈ ਜਾਂ ਸ਼ੁੱਧ ਕੀਚੇ, ਇਹ ਗੁਰਬਾਣੀ ਦਾ ਰੂਪ ਨਹੀਂ ਹੈ। ਤੇ ਜਾਂ ਫਿਰ ਕਈ ਵਾਰ ਜੋੜ ਵੀ ਲਿਖਿਆ ਆਉਂਦਾ ਹੈ ਔਰ ਕਈ ਵਾਰ ਜੁਮਲਾ ਵੀ ਲਿਖਿਆ ਆਉਂਦਾ ਹੈ ਅੰਗਾਂ ਦੇ ਵਿੱਚ। ਕਈ ਵਾਰੀ ਅਸੀਂ ਉਹ ਵੀ ਪੜ੍ਹ ਜਾਂਦੇ ਹਾਂ ਅਖੰਡ ਪਾਠ ਦੇ ਵਿੱਚ। ਨਹੀਂ ਪੜ੍ਹਨੇ ਚਾਹੀਦੇ ਉਹ। ਆਸਾ ਕੀ ਵਾਰ ਦੇ ਵਿੱਚ ਵੀ ਅਸੀਂ ਪੜ੍ਹ ਜਾਂਦੇ ਹਾਂ ਸੁੱਧ, ਉਹ ਵੀ ਨਹੀਂ ਪੜ੍ਹਨਾ ਚਾਹੀਦਾ। ਆਪ ਜੀ ਨੇ ਕਹਿਣਾ ਫਿਰ ਲਿਖਿਆ ਕਿਉਂ ਹੈ? ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ 22 ਵਾਰਾਂ ਹਨ, ਜਿਹਦੇ ਵਿੱਚ ਸ਼ਲੋਕ ਵੀ ਹਨ, ਮਹਿਲਾ ਪੌੜੀਆਂ। ਕਿਧਰੇ ਸ਼ਲੋਕ ਗੁਰੂ ਨਾਨਕ ਦਾ ਹੈ, ਕਿਧਰੇ ਸ਼ਲੋਕ ਗੁਰੂ ਅੰਗਦ ਦੇਵ ਸਾਹਿਬ ਦਾ ਹੈ, ਫਿਰ ਇੱਕ ਪੌੜੀ ਗੁਰੂ ਨਾਨਕ ਸਾਹਿਬ ਦੀ। ਤੋ ਜਿਸ ਤਰਤੀਬ ਨਾਲ ਵਾਰ ਜੋ ਲਿਖੀ ਗਈ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਭਾਈ ਗੁਰਦਾਸ ਜੀ ਇਸ ਨੂੰ ਫਿਰ ਆਪਾਂ ਦੁਬਾਰਾ ਦੁਹਰਾਉਣਾ ਹੈ। ਉੱਥੇ ਲਿਖ ਦਿੱਤਾ ਸੁੱਧ ਕੀਚੇ। ਇਹਨੂੰ ਅਸੀਂ ਦੁਬਾਰਾ ਦੁਹਰਾਉਣਾ ਹੈ। ਤੇ ਜਿਸ ਨੂੰ ਦੁਹਰਾ ਲਿਆ ਵਾਰ ਨੂੰ, ਆਪ ਜੀ ਨੇ ਲਿਖ ਦਿੱਤਾ ਸ਼ੁੱਧ। ਹਾਂ, ਇਹ ਠੀਕ ਹੈ। ਇਹਦੇ ਵਿੱਚ ਜਿਤਨੇ ਸ਼ਲੋਕ ਚਾਹੀਦੇ ਸੀ, ਜਿਤਨੀਆਂ ਪੌੜੀਆਂ ਦਰਜ ਕਰਨੀਆਂ ਸਨ, ਕਰ ਚੁੱਕੇ। ਮੂਲ ਸ਼ਬਦ ਦੀ ਵਿਆਖਿਆ ਆਪ ਜੀ ਦੇ ਮੈਂ ਸਾਹਮਣੇ ਰੱਖਾਂ। ਇੱਕ ਦੋ ਵਾਰ ਪਹਿਲਾਂ ਵੀ ਮੈਂ ਜ਼ਿਕਰ ਕੀਤਾ। ਜੋ ਸ਼ਬਦ ਅਸੀਂ ਸੁਣਦੇ ਹਾਂ, ਡਿਠੇ ਸਭੇ ਥਾਉ ਨਹੀਂ ਤੁਧ ਜੇ, ਇਹ ਜੋ ਬੋਲ ਹਨ, ਇਹ ਫੁਨਹ ਬਾਣੀ ਸਿਰਲੇਖ ਹੇਠਨ ਗੁਰੂ ਅਰਜਨ ਦੇਵ ਸਾਹਿਬ ਦੇ ਬੋਲ ਨੇ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਐ ਹਰੀ ਦੇ ਭਗਤੋ, ਹਰੀ ਦੇ ਸੰਤੋ, ਹਰੀ ਦੇ ਦਾਸੋ। ਆਪ ਜੀ ਦੀ ਖੂਬਸੂਰਤੀ ਬਕਮਾਲ ਹੈ। ਮੈਂ ਸਾਰੀਆਂ ਥਾਵਾਂ ਦੇਖੀਆਂ, ਡਿੱਠੇ ਸਭੇ ਥਾਉ, ਪਰ ਸੰਗਤ ਵਰਗੀ ਥਾਂ ਮੈਂ ਨਹੀਂ ਦੇਖੀ। ਨਹੀਂ ਤੁਧ ਜੇ, ਜਿੱਥੇ ਰਾਮ ਦੇ ਦਾਸ ਬੈਠੇ ਨੇ, ਸਤਸੰਗੀ ਬੈਠੇ ਨੇ, ਇਸ ਵੱਲ ਇਸ਼ਾਰਾ ਕੀਤਾ ਹੈ ਕਿ ਸਤਸੰਗੀ ਜਨੋ, ਜਿੱਥੇ ਤੁਸੀਂ ਬੈਠੇ ਹੋ ਇਹਦੀ ਸੁੰਦਰਤਾ ਬਾ ਕਮਾਲ ਹੈ। ਡਿੱਠੇ ਸਭੇ ਥਾਉ ਨਹੀਂ ਤੁਧ ਜੇ। ਸਤਸੰਗਤ ਵਰਗੀ ਖੂਬਸੂਰਤੀ ਕਿਤੇ ਵੀ ਨਹੀਂ। ਕਿਉਂ ਨਹੀਂ ਹੈ? ਕਿਉਂਕਿ ਇਸ ਸੰਗਤ ਨੂੰ ਕਿਸ ਨੇ ਬਣਾਇਆ? ਕਹਿੰਦੇ ਨੇ ਬੱਧੋ ਪੁਰਖ ਵਿਦਾਤੇ। ਉਸ ਕਰਤੇ ਨੇ, ਉਸ ਪਰਮਾਤਮਾ ਨੇ ਇਹ ਸੰਗਤ ਬਣਾਈ ਏ, ਤਾਂ ਸੰਗਤ ਸੋਹਣੀ ਲੱਗਦੀ ਏ, ਤਾਂ ਤੂੰ ਸੋਹਿਆ। ਇਹ ਹਰੀ ਦੇ ਜਨੋ, ਤਾਂ ਤੁਸੀਂ ਸੋਹਣੇ ਲੱਗਦੇ ਹੋ, ਕਿਉਂਕਿ ਆਪ ਜੀ ਨੂੰ ਰੱਬ ਨੇ ਬਣਾਇਆ ਹੈ। ਰੱਬ ਨੇ ਸੰਗਤ ਨੂੰ ਬਣਾ ਕੇ ਤੇ ਫਿਰ ਹੋਰ ਕੀ ਕੀਤਾ? ਕਹਿਣ ਲੱਗੇ ਵਸਦੀ ਸਗਨ ਅਪਾਰ, ਅਨੂਪ ਰਾਮਦਾਸ ਪੁਰ।
ਇੱਥੇ ਰਾਮਦਾਸਪੁਰ ਕਿਹਾ ਹੈ ਸਤ ਸੰਗਤ ਨੂੰ। ਇਹ ਪੁਰੀ ਹੈ, ਰਾਮ ਦੇ ਦਾਸ ਬੈਠੇ ਨੇ ਤੇ ਇਹਨਾਂ ਦੇ ਵਿੱਚ ਇਤਨੇ ਗੁਣ ਹਨ, ਵਸਦੀ ਸਗਨ ਅਪਾਰ। ਇਹਦੇ ਵਿੱਚ ਬਹੁਤ ਸੰਘਣੇ ਹੀ ਗੁਣ ਨੇ, ਬਹੁਤੇ ਗੁਣ ਨੇ। ਵਸਦੀ ਸਗਨ ਅਪਾਰ, ਦਇਆ ਨਾਲ ਸੰਗਤ ਭਰੀ ਹੈ, ਧਰਮ ਨਾਲ ਸੰਗਤ ਭਰੀ ਹੈ, ਪ੍ਰੇਮ ਦੇ ਨਾਲ ਸਤਸੰਗੀ ਜਨ ਭਰੇ ਹੋਏ ਨੇ, ਨਿਮਰਤਾ ਦੇ ਨਾਲ ਆਪ ਜੀ ਭਰੇ, ਤਮਾਮ ਦੇਵੀ ਗੁਣ ਆਪ ਜੀ ਦੇ ਵਿੱਚ ਮੌਜੂਦ ਨੇ। ਤੇ ਇਸ ਨੂੰ ਕਿਹਾ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਅਨੂਪ ਕਹਿੰਦੇ ਨੇ ਬਹੁਤ ਸੁੰਦਰ, ਬਹੁਤ ਸੁੰਦਰ। ਅਗਾਂਹ ਚੱਲ ਕੇ ਸਾਹਿਬ ਕਹਿੰਦੇ ਨੇ ਹਰੇ ਹਾਂ ਨਾਨਕ ਕਸਮ ਲਜਾਏ। ਨਾਨਕ ਜੀ ਕਹਿੰਦੇ ਨੇ ਕਿ ਸਾਰੇ ਗੁਨਾਹ ਬਖਸ਼ੇ ਜਾਂਦੇ ਨੇ। ਹਰੇ ਹਾਂ ਨਾਨਕ ਕਸਮ ਲਜਾਏ, ਨਹਾਈਏ ਰਾਮਦਾਸ ਸਰ। ਰਾਮ ਦੇ ਦਾਸਾਂ ਦਾ ਜੋ ਸਰੋਵਰ ਹੈ, ਸਤ ਸੰਗਤ ਹੈ, ਜਿਹੜਾ ਇੱਥੇ ਬੈਠ ਕੇ ਸ਼ਬਦ ਦਾ ਇਸ਼ਨਾਨ ਕਰੇਗਾ ਉਹਦੇ ਗੁਨਾਹ ਬਖਸ਼ੇ ਜਾਣਗੇ। ਤਾਂ ਇਸ ਸ਼ਬਦ ਦਾ ਇਹ ਮਾਇਨਾ ਹੈ। ਉਪਮਾ ਕੀਤੀ ਹੈ ਸਤ ਸੰਗਤ ਦੀ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਹੁਣ ਮੂਲ ਸ਼ਬਦ ਦੀ ਵਿਆਖਿਆ ਆਪ ਜੀ ਦੇ ਸਾਹਮਣੇ ਰੱਖਾਂ। ਗੁਰੂ ਅਮਰਦਾਸ ਸਾਹਿਬ ਦੇ ਬੋਲ ਨੇ, ਐ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਕਿਉਂਕਿ ਮਨ ਕਦੇ ਵੀ ਇੱਕ ਨਹੀਂ ਹੁੰਦਾ, ਕਦੇ ਵੀ। ਮਨ ਖੰਡ ਖੰਡ ਹੋ ਕੇ ਜੀਉਂਦਾ ਹੈ, ਟੁਕੜੇ ਟੁਕੜੇ ਹੋ ਕੇ ਜੀਂਦਾ ਹੈ। ਖੰਡ ਖੰਡ ਕਿਵੇਂ? ਕਿ ਜਿਵੇਂ ਆਪ ਜੀ ਬੈਠੇ ਸੰਗਤ ਵਿੱਚ ਹੋ ਤਾਂ ਮਨ ਜੋ ਹੈ ਉਹ ਖੰਡ ਖੰਡ ਵਿੱਚ ਜੀ ਰਿਹਾ ਹੈ। ਕਦੇ ਘਰ ਚਲਾ ਗਿਆ, ਕਦੇ ਅਮਰੀਕਾ ਚਲਾ ਗਿਆ, ਕਦੇ ਕੈਨੇਡਾ ਚਲਾ ਗਿਆ, ਕਦੇ ਦੁਕਾਨ 'ਤੇ ਚਲਾ ਗਿਆ, ਕਦੇ ਕਿਸੇ ਮੁਲਕ ਵਿੱਚ ਚਲਾ ਗਿਆ, ਬਗੈਰ ਕਿਸੇ ਪਾਸਪੋਰਟ ਦੇ, ਬਗੈਰ ਕਿਸੇ ਟਿਕਟ ਦੇ, ਬਗੈਰ ਕਿਸੇ ਪਲੇਨ ਦੇ, ਇੱਕ ਪਲ ਦੇ ਵਿੱਚ। ਇਸ ਨੂੰ ਕਹਿੰਦੇ ਨੇ ਖੰਡ ਖੰਡ ਵਿੱਚ ਜੀਂਦਾ ਹੈ ਮਨ, ਖੰਡ ਖੰਡ। ਹੁਣ ਇਹ ਮਨ ਜੇ ਇੱਕ ਹੋ ਜਾਵੇ, ਆਪ ਜੀ ਨੇ ਕਹਿਣਾ ਗਿਆਨੀ ਜੀ ਕਿਵੇਂ ਹੋਏਗਾ? ਕਿਉਂਕਿ ਜੋ ਖੰਡਿਤ ਹੋ ਗਿਆ ਉਹ ਪੂਰਾ ਕਿਵੇਂ ਹੋਏਗਾ? ਬੀਜ ਟੁੱਟ ਗਿਆ ਉਹ ਫਿਰ ਇੱਕ ਕਿਵੇਂ ਹੋਏਗਾ? ਕਿਉਂਕਿ ਅਕਸਰ ਮੈਂ ਉਦਾਹਰਨ ਦੇਣਾ ਕਿ ਬੀਜ ਟੁੱਟ ਜਾਵੇ ਉਹ ਦਾਲ ਹੋ ਗਿਆ। ਹੁਣ ਦਾਲ ਇੱਕ ਕਿਵੇਂ ਹੋਏਗਾ? ਹੁਣ ਇੱਕ ਬੀਜ ਦੇ 4 ਹਿੱਸੇ ਹੋ ਜਾਣ, ਦਾਲ ਤੋਂ ਦਲਿਆ ਹੋ ਗਿਆ, ਉਹ ਇੱਕ ਕਿਵੇਂ ਹੋਏਗਾ? ਹੁਣ ਦਲਿਆ ਤੋਂ ਅਸੀਂ ਆਟਾ ਬਣਾ ਛੱਡਿਆ, ਉਹ ਆਟਾ ਇੱਕ ਕਿਵੇਂ ਹੋਵੇਗਾ? ਨਹੀਂ ਹੋ ਸਕਦਾ। ਤਾਂ ਸਾਹਿਬ ਨੇ ਕਿਉਂ ਆਖਿਆ ਕਿ ਐ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਤਾਂ ਧਾਰਮਿਕ ਦੁਨੀਆ ਦੇ ਵਿੱਚ ਇਹ ਬਹੁਤ ਵੱਡੀ ਸੌਗਾਤ ਹੈ ਕਿ ਬੀਜ ਟੁੱਟ ਜਾਵੇ, ਦਾਲ ਹੋ ਜਾਵੇ, ਮੁੜ ਕੇ ਉਹ ਬੀਜ ਨਹੀਂ ਹੋ ਸਕਦਾ। ਪਰ ਜੇ ਮਨ ਬਿਖਰ ਜਾਵੇ ਤਾਂ ਮੁੜ ਕੇ ਇੱਕ ਹੋ ਜਾਂਦਾ ਹੈ ਉਹਦੀ ਰਹਿਮਤ ਦੇ ਨਾਲ। ਬਸ ਇਸੇ ਕਰਕੇ ਸਾਨੂੰ ਲੋੜ ਪੈਂਦੀ ਹੈ ਸੰਗਤ ਕਰਨ ਦੀ। ਮਨ ਇੱਕ ਹੋ ਜਾਂਦਾ ਹੈ, ਬਾਕੀ ਦੇ ਖਿਆਲਾਤ ਖਤਮ ਹੋ ਜਾਂਦੇ ਨੇ, ਧੀਰੇ ਧੀਰੇ ਖਤਮ ਹੋ ਜਾਂਦੇ ਨੇ। ਜਦੋਂ ਬਾਕੀ ਦੇ ਖਿਆਲਾਤ ਖਤਮ ਹੋ ਗਏ ਤੇ ਉਸ ਮਨੁੱਖ ਦੀ ਜਿਹੜੀ ਚੇਤਨਾ ਹੁੰਦੀ ਹੈ ਉਹ ਇਸ ਤਰ੍ਹਾਂ ਹੁੰਦੀ ਜਿਵੇਂ ਟਾਰਚ। ਆਪ ਜੀ ਨੇ ਟਾਰਚ ਦੇਖੀ ਹੈ, ਦੀਵਾ ਵੀ ਦੇਖਿਆ ਹੈ, ਦੋਵਾਂ ਵਿੱਚ ਕੀ ਫਰਕ ਹੈ? ਦੋਵਾਂ ਵਿੱਚ ਇਹ ਫਰਕ ਹੈ ਕਿ ਦੀਵਾ ਜਗ ਰਿਹਾ ਹੈ, ਚਾरों तरफ रोशनी है, और जो टॉर्च है ਉਹਦਾ जो प्रकाश है वो ਇੱਕੋ ਹੀ तरफ जा रहा है, ਇੱਕੋ ਹੀ तरफ, बाकी पासे नहीं। फिर आप जी ਉਹਦੇ प्रकाश ਨੂੰ फैला भी सकते हो, घुमा के एक भी कर सकते हो। तो ਜਿਹੜੇ ਸਿਆਣੇ ਹਨ ਉਹ ਆਪਣੇ ਮਨ ਰੂਪੀ ਟਾਰਚ ਨੂੰ ਉਹ ਗੁਰੂ ਵੱਲ ਵੀ ਉਹਦਾ ਪ੍ਰਕਾਸ਼ ਭੇਜ ਸਕਦੇ ਨੇ। ਇੱਕ ਮਨ ਇੱਕ ਚਿੱਤ ਭਾਏ, ਔਰ ਲੋੜ ਪਵੇ ਤਾਂ ਫਿਰ ਸੰਸਾਰ ਦੇ ਵਿੱਚ ਵੀ ਪ੍ਰਕਾਸ਼ ਫੈਲਾ ਦੇਵੇ।
क्योंकि असी गृहस्थी भी हाँ, असी कारोबारी भी हाँ, असी दुकानदार भी हाँ, असी कवि भी हाँ, असी टीचर भी हाँ, और असी गुरु के सिख भी हाँ। जे गुरु घर विच बैठो तो दुकान की याद ना आए, जे गुरु घर दे विच बैठो तो कारखाने की याद ना आए, जे गुरु घर दे विच बैठना है तो फिर पति पत्नी की याद ना आए। पर हाँ, जदों दुकान ते बैठो तो गुरु की याद बनी रहे, कारखाने विच बैठो तो गुरु की याद बनी रहे। बस इतनी जी गल है। तो साहिब कहते ने जे अपनी तू चेतना गुरु नाल जोड़ लई है, हर कियों सदा सदा वडियाइयां दे ना पछोता है। मनुख कई बारी कह देंदा है मैं तेनों दान दिता, मेरे तो गलती हो गई, गलती हो गई। मैं तेरी मदद की थी, मेरे तो गलती हो गई। मैं तेनों सारा दिता, मेरे तो गुनाह हो गया। मनुख कह देंदा है, क्योंकि अज दी जो दोस्ती है, मित्रता है, वो वैरता ते भी खड़ी है, और जिहड़ी वैरता है वो मित्रता ते भी खड़ी हो सकती है। कल वो मित्र हो सकता है, जो अज मित्र है कल वैरी हो सकता है। तो फिर वैरी हो के उसने कहना मैं तेरी मदद की थी, मैं गुनाह कर बैठा, नहीं करनी चाहिए सी मदद। लेकिन जिस पावन हजूरी विच आप जी बैठे हो, हर कियां सदा सदा वडियाइयां दे ना पछोता है। वो कदे ये नहीं कहेगा तुसी हुण गुरुद्वारे नहीं आंदे, मेरे तो गलती हो गई, मैं तुहानूं पुत्र दी दात बख्शी। गुरु कदे नहीं कहता तुसी मैनूं छड्ड बैठे, मेरे तो गलती हो गई, मैं तुहानूं मकान दिता, कदे नहीं कहता। मनुख कह देंदा है, गुरु कदे भी नहीं कहता। कहते ने फिर ऐसे गुरु को बल बल जाइए। मनुख पाज उगाड़ देंदा है, गुरु नहीं उगाड़ता। और हर रोज दे गुनाह साडे देखदा भी है। एक पंक्ति आप जी दे सन्मुख रखा, आप जी रोज पढ़ते हो, रोज ही राज बिलोकत राजक, रोख रूहान की रोजी ना टारे। रोज ही, रोज कहते ने एवरीडे, रोज ही राज बिलोकत राजक, राजक कहते ने परमात्मा नूं, वो आप जी दे राज जानदा है। एक भी राज ऐसा नहीं है जो गुरु तो छिपिया होवे। आप जी दे सारे राज जानदा है वो, सारे राज। किस तू छिपाओगे? पति तो छिपावांगे, पत्नी तो छिपावांगे, पुत्र तो छिपावांगे, मित्रां तो छिपावांगे, पर तुझ ते कहाँ छपाए? क्योंकि जदों मैं पुण्य करदा पिया सी उदों भी तू मेरे अंदर बैठा सी, जदों मैं गुनाह करदा पिया सी उदों भी तू अंदर बैठा सी। वो वखरी गल है कि मेरी निगाह तेरे ते नहीं गई, तेरी निगाह मेरे ते सी। पर परमात्मा ने कदे ये नहीं आखिया कि रोख रूहान की रोजी ना टारे, कि मैं तेनों रिजक नहीं दवांगा, तू गुनाह कीता है। परमात्मा कदे नहीं कहता, वो दे ही जा रहा है, दे ही जा रहा है। तो साहिब कहते ने, हाँ हर कह सद बलिहारणे, जित सेवी है सुख पाए। कहते ने जिस दे सिमरन दे नाल, सेवीए तो मुराद सिमरन, याद, उसकी याद बनी रहे बस। हुण जिस मनुख नूं उहदी याद बनी हुई है, वो हंकार दे गीत नहीं गाएगा। हंकार दे गीत तां ही गाए जाते ने जदों याद विच ना होवे। क्रोध तां ही कीता जाता है जदों वो याद विच ना होवे। लोभ तां ही हुंदा है जदों याद विच ना होवे। याद विच ना, हकीकत है वो याद विच है, मनुख लोभ नहीं करेगा। वो याद विच है, मनुख क्रोध नहीं करेगा। वो याद विच है, मनुख हंकार दे गीत नहीं गाएगा, क्योंकि वो याद विच है।
तो ਸਾਹਿਬ ਕਹਿੰਦੇ ਨੇ ਜੇ ਉਹਦੀ ਯਾਦ ਵਿੱਚ ਜੀਣਾ ਸਿੱਖ ਲਿਆ ਤਾਂ तमाम ਸੁੱਖ ਤੇਰੇ ਚਰਨਾਂ ਤੇ ਸਜਦਾ ਕਰਨਗੇ। ਔਰ ਗੁਰਬਾਣੀ ਆਪ ਬਿਆਨ ਕਰਦੀ ਹੈ ਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਭਗਤਾਂ ਦੇ ਅੱਗੇ ਪਿੱਛੇ ਘੁੰਮਦੀ ਹੈ, ਅੱਗੇ ਪਿੱਛੇ। ਪਰ ਉਦੋਂ ਕਿ ਜਦੋਂ ਪਰਮਾਤਮਾ ਦਾ ਜੋ ਨਾਮ ਹੈ ਉਹ ਤੇਰੀ ਚੇਤਨਾ ਵਿੱਚ ਹੋਵੇ ਤੇ ਫਿਰ ਮਾਇਆ ਦਾਸੀ ਤੇਰੇ ਕਦਮਾਂ ਤੇ ਹੋਏਗੀ, ਤੇਰੀ ਕਦਮ ਬੋਸੀ ਕਰੇਗੀ। ਔਰ ਗੁਸਤਾਖੀ ਮਾਫ, ਜੇ ਮਾਇਆ ਤੇਰੇ ਸਿਰ ਤੇ ਹੋਵੇ ਫਿਰ ਪਰਮਾਤਮਾ ਕਦਮ ਬੋਸੀ ਨਹੀਂ ਕਰੇਗਾ, ਫਿਰ ਪਰਮਾਤਮਾ ਨਦਾਰਦ ਹੈ। ਤਾਂ ਇਤਨੀ ਗੱਲ ਤਾਂ ਸਾਨੂੰ ਸਮਝ ਆਉਂਦੀ ਹੈ। ਜੇ ਗੁਰੂ ਸਾਡੇ ਹਿਰਦੇ ਵਿੱਚ ਹੈ, ਗੁਰੂ ਸਾਡੀ ਚੇਤਨਾ ਵਿੱਚ ਹੈ, ਮਾਇਆ ਫਿਰ ਸਾਡੇ ਚਰਨਾਂ ਵਿੱਚ ਹੈ। ਔਰ ਜੇ ਮਾਇਆ ਸਾਡੀ ਚੇਤਨਾ ਵਿੱਚ ਹੈ ਤੇ ਫਿਰ ਗੁਰੂ ਨਦਾਰਦ ਹੈ। ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਜਲਾਏ। ਆਪ ਜੀ ਸਾਰੇ ਹੀ ਸਿਆਣੇ ਬੈਠੇ ਹੋ, ਤਜਰਬੇਕਾਰ ਬੈਠੇ ਹੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਬਹੁਤ ਵਾਰੀ ਆਇਆ ਹੈ, ਬਹੁਤ ਵਾਰੀ, ਔਰ ਉਹ ਹੈ ਹਉਮੈ। ਬਹੁਤ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਕਿ ਕੁਝ ਲੋਕ ਐਸੇ ਜਿਹੜੇ ਕਾਮੀ ਸੀ ਪਰ ਫਿਰ ਵੀ ਬਖਸ਼ੇ ਗਏ। ਗਨਿਕਾ ਨੂੰ ਵੇਖੋ, ਅਜਾਮਲ ਨੂੰ ਵੇਖੋ। ਗਨਿਕਾ ਪਾਪਣ ਹੋਈ ਕਿ ਪਾਪਾਂ ਦਾ ਗਲ ਹਾਰ ਭਰੋਤਾ। ਇਤਨੇ ਗੁਨਾਹ, ਸਾਰਾ ਜੀਵਨ ਹੀ ਗੁਨਾਹ ਦੇ ਨਾਲ ਭਰਿਆ ਹੋਇਆ ਹੈ। ਤਾਂ ਕਹਿੰਦੇ ਨੇ ਕਾਮੀ ਬਖਸ਼ਿਆ ਜਾਂਦਾ ਹੈ, ਕ੍ਰੋਧੀ ਬਖਸ਼ਿਆ ਜਾਂਦਾ ਹੈ, ਪਰ ਹੰਕਾਰੀ ਨਹੀਂ ਬਖਸ਼ਿਆ ਜਾਂਦਾ। ਬਸ ਇਤਨੇ ਜੀ ਗੱਲ ਹੈ। ਕਿਉਂਕਿ ਹੰਕਾਰੀ ਮਨੁੱਖ ਗੁਰੂ ਦੇ ਸ਼ਰਨ ਵਿੱਚ ਨਹੀਂ ਆਏਗਾ, ਔਰ ਜੋ ਸ਼ਰਨ ਵਿੱਚ ਨਹੀਂ ਆਏਗਾ ਉਹ ਬਖਸ਼ਿਆ ਨਹੀਂ ਜਾਏਗਾ। ਔਰ ਜਿਹੜਾ ਸ਼ਰਨ ਵਿੱਚ ਆ ਗਿਆ ਉਹਨੂੰ ਤਾਂ ਇੱਕ ਵਾਰ ਵੀ ਨਹੀਂ ਪੁੱਛਿਆ ਜਾਂਦਾ ਤੂੰ ਕਿਹੜੇ ਗੁਨਾਹ ਕੀਤੇ ਨੇ, ਕਿਹੜੇ ਪਾਪ ਕੀਤੇ ਨੇ। ਪਰ ਹੰਕਾਰੀ ਔਰ ਨਿੰਦਕ ਇਹ ਦੋਵੇਂ ਹੀ ਗੁਰੂ ਨਾਲ ਨਹੀਂ ਜੁੜ ਪਾਉਂਦੇ। ਸਾਹਿਬ ਕਹਿੰਦੇ ਨੇ ਹੰਕਾਰੀਆਂ ਨਿੰਦਕਾਂ ਪਿੱਠ ਦੇ। ਕਿਉਂਕਿ ਹੰਕਾਰ ਔਰ ਨਿੰਦਾ ਇੱਕ ਦੂਜੇ ਨਾਲ ਜੁੜੇ ਹੋਏ ਨੇ, ਜੁੜੇ ਹੋਏ। ਇਸ ਨੂੰ ਮੈਂ ਥੋੜਾ ਜਿਹਾ ਵਿਸਤਾਰ ਦੇਵਾਂ। ਇਹ ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਅਸੀਂ ਕੋਈ 4-5 ਕਥਾਵਾਚਕ ਤੇ 2 ਜੱਥੇ ਸੀ, ਉਹ ਵੀ ਸਾਰੇ ਬੈਠੇ ਹੋਏ ਸੀ ਤੇ ਚਰਚਾ ਚੱਲ ਰਹੀ ਸੀ। ਚਰਚਾ ਇਹ ਚੱਲ ਰਹੀ ਸੀ, ਭਾਈ ਸਾਹਿਬ ਜੀ ਤੁਸੀਂ ਕੀਰਤਨ ਬਹੁਤ ਸੋਹਣਾ ਕਰਦੇ ਹੋ। ਉਹ ਕਹਿਣ ਲੱਗੇ ਜੀ ਧੰਨਵਾਦ ਤੁਹਾਡਾ। ਫਿਰ ਕਹਿਣ ਲੱਗੇ ਇਹ ਤਬਲਾ ਵਾਦਕ ਵੀ ਬਹੁਤ ਕਮਾਲ ਦਾ ਹੈ। ਫਿਰ ਉਸਨੇ ਵੀ ਕਿਹਾ ਸ਼ੁਕਰੀਆ ਤੁਹਾਡਾ, ਧੰਨਵਾਦ। ਹੁਣ ਮੇਰੀ ਜਮਾਤ ਵਿੱਚ ਜਿਹੜੇ ਬੈਠੇ ਸੀ 4-5 ਕਥਾਵਾਚਕ, ਤੇ ਕਿਸੇ ਪ੍ਰੇਮੀ ਨੇ ਕਹਿ ਦਿੱਤਾ ਗਿਆਨੀ ਜੀ ਤੁਹਾਡੀ ਕਥਾ ਵਾਕਈ ਬਹੁਤ ਹੀ ਪਿਆਰੀ ਲੱਗਦੀ ਹੈ, ਬਹੁਤ ਚੰਗੀ ਲੱਗਦੀ। ਤੇ ਬਾਕੀ ਜਿਹੜੇ ਮੇਰੇ ਨਾਲ ਬੈਠੇ ਸੀ ਤੇ ਉਹਨਾਂ ਨੇ ਧੀਰੇ ਜੀ ਕੀ ਕਿਹਾ, ਕਹਿਣ ਲੱਗੇ ਚੰਗੀ ਤਾਂ ਹੋਵੇਗੀ ਕਿਉਂਕਿ ਮਸ਼ਕੀਨ ਦੀ ਜੋ ਕਾਪੀ ਕਰਦਾ ਹੈ। ਇੱਥੇ ਨਿੰਦਾ ਦਾ ਜਨਮ ਹੋਇਆ। ਨਿੰਦਾ ਦਾ ਜਨਮ ਕਿਉਂ ਹੋਇਆ? ਕਿਉਂਕਿ ਤਾਰੀਫ ਉਹਨਾਂ ਦੀ ਨਹੀਂ ਕੀਤੀ ਗਈ, ਹੰਕਾਰ ਨੂੰ ਚੋਟ ਲੱਗੀ। ਔਰ ਜਦੋਂ ਵੀ ਹੰਕਾਰ ਨੂੰ ਚੋਟ ਲੱਗਦੀ ਹੈ ਉੱਥੇ ਨਿੰਦਾ ਦਾ ਜਨਮ ਹੁੰਦਾ ਹੈ। ਇਹ ਧਿਆਨ ਰੱਖਣਾ, ਜਿੱਥੇ ਹੰਕਾਰ ਨੂੰ ਚੋਟ ਲੱਗੀ ਹੈ ਉੱਥੇ ਨਿੰਦਾ ਦਾ ਜਨਮ ਹੋਏਗਾ। ਆਪ ਜੀ ਦੇ ਹੰਕਾਰ ਨੂੰ ਕਿਸੇ ਨੇ ਚੋਟ ਮਾਰੀ ਹੈ, ਆਪ ਜੀ ਨੇ ਕਹਿਣਾ ਇਹ ਤਾਂ ਦੁਰਾਚਾਰੀ ਹੈ, ਇਹ ਤਾਂ ਸ਼ਰਾਬ ਵੀ ਪੀਂਦਾ, ਇਹ ਤਾਂ ਜੂਆ ਵੀ ਖੇਡਦਾ ਹੈ। ਔਰ ਉਹੀ ਮਨੁੱਖ ਜੇ ਕਿਧਰੇ ਆਪ ਜੀ ਦੇ ਲੋਭ ਦੀ ਪੂਰਤੀ ਕਰੇ, ਮੋਹ ਦੀ ਪੂਰਤੀ ਕਰੇ, ਆਪ ਜੀ ਨੇ ਕਹਿਣਾ ਬੰਦਾ ਤਾਂ ਬੜਾ ਚੰਗਾ ਹੈ, ਬੰਦਾ ਤਾਂ ਬੜਾ ਚੰਗਾ ਹੈ। ਕਿਉਂਕਿ ਰਾਤ ਦੇ ਦੀਵਾਨ ਵਿੱਚ ਮੈਂ ਅਰਜ਼ ਕਰ ਰਿਹਾ ਸੀ ਕਿ ਮਲੰਗ ਬੈਠਾ ਹੋਇਆ ਗੋਬਿੰਦਵਾਲ
ਗੁਰੂ ਅਮਰਦਾਸ ਸਾਹਿਬ ਜੀ ਨੂੰ ਬੁਰਾ ਭਲਾ ਕਹੀ ਜਾਂਦਾ ਹੈ, ਬੁਰਾ ਭਲਾ ਕਹੀ ਜਾਂਦਾ। ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਨੇ ਭਾਈ ਜੇਠਾ ਦੇ ਗਲ ਵਿੱਚ ਕੀਮਤੀ ਮਾਲਾ ਪਾਈ ਸੁੱਚੇ ਮੋਤੀਆਂ ਦੀ, ਆਪ ਜੀ ਤਾਂ ਬੈਰਾਗ ਦੀ ਮੂਰਤੀ ਨੇ, ਤਿਆਗ ਦੀ ਮੂਰਤੀ ਨੇ, ਆਪ ਜੀ ਬਾਹਰ ਜਾਂਦੇ ਸਾਰੀ ਉਸ ਮਲੰਗ ਦੇ ਗਲ ਵਿੱਚ ਪਾ ਦਿੱਤੀ ਹੈ ਉਹ ਕੀਮਤੀ ਮਾਲਾ। ਬਸ ਜਿਵੇਂ ਹੀ ਕੀਮਤੀ ਮਾਲਾ ਉਹਦੇ ਗਲ ਵਿੱਚ ਪਈ, ਉਹ ਮਲੰਗ ਕਹਿੰਦਾ ਹੈ ਗੁਰੂ ਅਮਰਦਾਸ ਸਾਹਿਬ ਦੀ ਜਿਤਨੀ ਮਹਿਮਾ ਕਰੀ ਉਤਨੀ ਤੋੜੀ ਹੈ, ਜਿਹੜਾ ਰੋਜ਼ ਗਾਲਾਂ ਕੱਢਦਾ ਸੀ। ਹੁਣ ਇਸੇ ਵੇਲੇ ਤਾਰੀਫ ਸ਼ੁਰੂ ਹੋ ਗਈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਜੇਠਾ ਜੀ ਮੇਰੇ ਬੱਚੇ, ਇਹ 2 ਦਿਨ ਤਾਰੀਫ ਕਰੇਗਾ, ਤੀਜੇ ਦਿਨ ਫਿਰ ਤੇਰੇ ਵੱਲ ਦੇਖੇਗਾ। ਜੇ ਕਿਧਰੇ ਕੁਝ ਤੂੰ ਫਿਰ ਇਹਨੂੰ ਦੇ ਦਿੱਤਾ ਤੇ ਤਾਰੀਫ ਜਾਰੀ ਰਹੇਗੀ, ਨਹੀਂ ਤਾਂ ਫਿਰ ਇਸਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਨੇ। ਔਰ ਐਸਾ ਹੀ ਹੋਇਆ। ਮੁਕਤਸਰ ਮੈਂ ਅਰਜ਼ ਕਰਾਂ, ਹੰਕਾਰ ਨੂੰ ਚੋਟ ਲੱਗਦੀ ਹੈ ਤਾਂ ਨਿੰਦਾ ਦਾ ਜਨਮ ਆਉਂਦਾ ਹੈ, ਨਹੀਂ ਤਾਂ ਕੌਣ ਕਿਸੇ ਦੀ ਨਿੰਦਾ ਕਰੇਗਾ, ਕਿੱਥੇ ਕਿਸੇ ਦੇ ਕੋਲ ਵਕਤ ਹੈ। ਤਾਂ ਸਾਹਿਬ ਕਹਿੰਦੇ ਨੇ ਹਉਮੈ ਦਾ ਨਾਮ ਨਾਲ ਵਿਰੋਧ ਹੈ। ਸੂਰਜ ਦਾ ਪ੍ਰਕਾਸ਼ ਦਾ ਅੰਧਕਾਰ ਨਾਲ ਵਿਰੋਧ ਹੈ। ਜਿੱਥੇ ਪ੍ਰਕਾਸ਼ ਹੈ ਉੱਥੇ ਅੰਧਕਾਰ ਨਹੀਂ ਹੋਵੇਗਾ, ਜਿੱਥੇ ਅੰਧਕਾਰ ਹੈ ਸਮਝ ਲੈਣਾ ਉੱਥੇ ਪ੍ਰਕਾਸ਼ ਨਹੀਂ ਹੈ। ਜਿੱਥੇ ਹੰਕਾਰ ਹੈ ਸਮਝ ਲੈਣਾ ਉੱਥੇ ਨਿਰੰਕਾਰ ਨਹੀਂ ਹੋਵੇਗਾ, ਔਰ ਜਿੱਥੇ ਨਿਰੰਕਾਰ ਹੈ ਉੱਥੇ ਹੰਕਾਰ ਨਹੀਂ ਹੋਵੇਗਾ। ਬਸ ਇਤਨੀ ਜੀ ਗੱਲ ਸਮਝ ਲੈਣਾ। ਤੇ ਕਿਧਰੇ ਕਿਸੇ ਤੋਂ ਹੰਕਾਰੀ ਬੋਲ ਸੁਣ ਲਵੋ, ਸਮਝ ਲੈਣਾ ਨਿਰੰਕਾਰ ਨਹੀਂ ਹੈ। ਇੱਕ ਮਹਾਂਪੁਰਸ਼ ਜਿਨ੍ਹਾਂ ਦੇ ਕੋਲ ਮੈਂ ਬੈਠਾ ਸੀ, ਮੈਂ ਇੱਕ ਗੱਲ ਪੁੱਛੀ, ਗੁਸਤਾਖੀ ਮਾਫ ਕਹਿਣ ਦੇਣਾ ਮੈਨੂੰ। ਮੈਂ ਉਸ ਨੂੰ ਕਿਹਾ ਕਿ ਵੇਸ਼ਵਾਵਾਂ ਦਾ ਜੀਵਨ ਕਿਤਨਾ ਖਰਾਬ ਹੈ। ਉਸਨੇ ਮੈਨੂੰ ਕੀ ਜਵਾਬ ਦਿੱਤਾ, ਕਹਿਣ ਲੱਗੇ ਨਹੀਂ ਗਿਆਨੀ ਜੀ, ਨਹੀਂ, ਇਹ ਵੀ ਰੱਬ ਨੇ ਉਹਨੂੰ ਕਿਰਤ ਬਖਸ਼ੀ ਹੋਈ ਹੈ। ਉਸ ਸੰਤ ਨੇ ਨਿੰਦਾ ਨਹੀਂ ਕੀਤੀ, ਉਸਨੇ ਕਿਹਾ ਇਹ ਵੀ ਕਿਰਤ ਬਖਸ਼ੀ। ਹੁਣ ਦੂਜੇ ਪਾਸੇ ਮੈਂ ਆਪ ਜੀ ਦਾ ਥੋੜਾ ਜਿਹਾ ਖਿਆਲ ਇਤਿਹਾਸ ਵੱਲ ਲੈ ਜਾਵਾਂ। ਪਟਨਾ ਸਾਹਿਬ ਦਾ ਜੋ ਪੂਰਬਲਾ ਨਾਮ ਸੀ ਉਹ ਪਾਟਲ ਪੁੱਤਰ ਵੀ ਸੀ, ਵਿਕਰਮਾਦਿੱਤੇ ਰਾਜ ਕਰਦਾ ਸੀ। ਤੋ ਇੱਥੇ ਗੰਗਾ ਦੇ ਵਿੱਚ ਹੜ੍ਹ ਆਇਆ ਤੇ ਪੂਜਾ ਪਾਠ ਸ਼ੁਰੂ ਹੋ ਗਈ ਉੱਥੇ। ਇਹ ਇਤਿਹਾਸ ਆਪ ਜੀ ਪੜ੍ਹ ਕੇ ਵੇਖਣਾ। ਜਦੋਂ ਉੱਥੇ ਪੂਜਾ ਪਾਠ ਸ਼ੁਰੂ ਹੋ ਗਏ ਤਾਂ ਉਸ ਨਦੀ ਦੇ ਵਿੱਚ ਜੋ ਹੜ੍ਹ ਹੈ, ਕਹਿੰਦੇ ਨੇ ਉਹ ਖਤਮ ਨਹੀਂ ਹੋਇਆ, ਪ੍ਰਵਾਹ ਚੱਲ ਰਿਹਾ ਹੈ, ਚੱਲ ਰਿਹਾ। ਕਿਸੇ ਨੇ ਕਿਹਾ ਵਿਕਰਮਾਦਿੱਤੇ ਨੂੰ ਕਿ ਮੈਂ ਸੁਣਿਆ ਹੈ ਕਿ ਇੱਕ ਵਿਸ਼ਵਾ ਐਸੀ ਹੈ ਜਿਹਦੀ ਰਸਨਾ ਦੇ ਵਿੱਚ ਬਹੁਤ ਹੀ ਤਾਕਤ ਹੈ, ਜੋ ਗੱਲ ਕਹਿ ਦਿੰਦੀ ਹੈ ਕਹਿ ਦਿੰਦੀ ਹੈ ਵਿਸ਼ਵਾ। ਕਹਿਣ ਲੱਗੇ ਫਿਰ ਉਸ ਨੂੰ ਵੀ ਬੁਲਾਓ, ਉਹਨਾਂ ਤੋਂ ਵੀ ਅਰਦਾਸ ਕਰਾਓ, ਪ੍ਰੇਅਰ ਕਰਾਓ। ਉਸ ਨੂੰ ਵੀ ਬੁਲਾਇਆ ਜਾਂਦਾ ਹੈ, ਉਹ ਵੀ ਅਰਦਾਸ ਕਰਦੀ ਹੈ ਖੁਦਾਵੰਦ ਅੱਲਾਹ ਤਾਲਾ ਰਹਿਮ ਕਰ, ਰਹਿਮ ਕਰ। ਦੇਖਦਿਆਂ ਦੇਖਦਿਆਂ ਕਹਿੰਦੇ ਨੇ ਗੰਗਾ ਜੋ ਹੈ ਆਪਣੇ ਤਲ ਤੇ ਆ ਜਾਂਦੀ ਹੈ, ਸ਼ਾਂਤ ਹੋ ਜਾਂਦੀ ਹੈ, ਦੇਖਦਿਆਂ ਦੇਖਦਿਆਂ। ਉੱਥੇ ਵਿਕਰਮਾਦਿੱਤੇ ਨੇ ਉਸ ਨੂੰ ਸਵਾਲ ਕੀਤਾ ਸੀ ਕਿ ਇਤਨੀ ਵੱਡੀ ਤਾਕਤ ਤੇਰੇ ਕੋਲ ਕਿੱਥੋਂ ਆਈ ਹੈ? ਤੇ ਉਹ ਕਹਿੰਦੀ ਹੈ ਇਹ ਮੇਰੇ ਗੁਰੂ ਦੀ ਕਿਰਪਾ ਹੈ, ਮੇਰੇ ਗੁਰੂ ਦੀ ਕਿਰਪਾ ਹੈ। ਹੱਦ ਹੋ ਗਈ, ਗੁਰੂ ਦੀ ਕਿਰਪਾ ਕਿਵੇਂ, ਜਰਾ ਮੈਨੂੰ ਵੀ ਦੱਸ, ਮੈਨੂੰ ਵੀ ਸਮਝਾ। ਤੇ ਉਸਨੇ ਕੀ ਜਵਾਬ ਦਿੱਤਾ ਕਿ ਜੋ ਮੈਨੂੰ ਇਸ ਮਾਰਗ ਤੇ ਲੈ ਕੇ ਆਈ ਸੀ, ਉਸਨੇ ਮੈਨੂੰ ਇੱਕ ਗੱਲ ਦੱਸੀ। ਗੱਲ ਕੀ ਦੱਸੀ ਕਿ ਜੇ ਕਿਧਰੇ ਪਰਮਾਤਮਾ ਨੇ ਤੈਨੂੰ ਇਹੀ ਕਿਰਤ ਬਖਸ਼ੀ ਹੈ, ਕਿਉਂਕਿ ਸਾਈ ਕਾਰ ਕਮਾਵਣੀ ਦੁਰ ਛੋਡੀ ਤੰਨੇ ਪਾਏ, ਤੈਨੂੰ ਇਹੀ ਕਿਰਤ ਬਖਸ਼ੀ ਹੈ ਤਾਂ ਤੂੰ ਇੱਕ ਖਿਆਲ ਰੱਖਣਾ, ਤੇਰੇ ਦਰ ਤੇ ਰਾਜਾ ਆਵੇ
ਤੇਰੇ ਦਰ ਤੇ ਰੰਕ ਆਵੇ, ਤੇਰੇ ਦਰ ਤੇ ਗਰੀਬ ਆਵੇ, ਤੇਰੇ ਦਰ ਤੇ ਅਮੀਰ ਆਵੇ, ਕਦੇ ਵੀ ਘਿਰਣਾ ਨਾ ਕਰਨਾ ਕਿ ਰਾਜੇ ਦੇ ਪ੍ਰਤੀ ਸਨੇਹ ਜ਼ਿਆਦਾ ਹੋਵੇ ਤੇ ਗਰੀਬ ਦੇ ਪ੍ਰਤੀ ਘਿਰਣਾ ਹੋਵੇ। ਐਸਾ ਕਦੇ ਵੀ ਨਾ ਕਰਨਾ। ਕਹਿੰਦੇ ਨੇ ਉਸ ਦਿਨ ਤੋਂ ਮੈਂ ਜੋ ਪਿਆਰ ਇੱਕ ਰਾਜੇ ਨੂੰ ਦਿੰਦੀ ਹਾਂ, ਇੱਕ ਰੰਕ ਨੂੰ ਵੀ ਦਿੰਦੀ ਹਾਂ, ਇੱਕ ਗਰੀਬ ਨੂੰ ਵੀ ਦਿੰਦੀ ਹਾਂ। ਬਸ ਇਹੀ ਗੱਲ ਹੈ। ਮੈਂ ਅਰਜ਼ ਕਰ ਰਿਹਾ ਸੀ, ਨਾਮ ਜਪਣ ਵਾਲੇ ਕਿਸੇ ਦੀ ਵੀ ਨਿੰਦਾ ਨਹੀਂ ਕਰਦੇ, ਕਿਉਂਕਿ ਨਿੰਦਾ ਭਲੀ ਕਿਸੇ ਕੀ ਨਹੀਂ, ਕਿਸੇ ਕੀ। ਕਿਉਂਕਿ ਜੋ ਗੱਲ ਅਸੀਂ ਸੁਣੀ ਹੈ, ਹੋ ਸਕਦਾ ਹੈ ਕਈ ਵਾਰ ਸੁਣੀ ਹੋਈ ਗੱਲ ਵੀ ਗਲਤ ਹੋ ਜਾਂਦੀ ਹੈ, ਦੇਖੀ ਹੋਈ ਗੱਲ ਵੀ ਗਲਤ ਹੋ ਜਾਂਦੀ ਹੈ। ਬਹੁਤ ਵਾਰ ਦੇਖੀ ਹੋਈ ਵੀ। ਆਪ ਜੀ ਕਹਿੰਦੇ ਹੋ ਮੈਂ ਅੱਖਾਂ ਦੇ ਨਾਲ ਦੇਖ ਕੇ ਆਇਆ। ਹੁਣ ਦੋ ਬੱਚੇ ਬੈਠੇ ਨੇ, ਆਪ ਜੀ ਨੇ ਆਪਣੇ ਅੱਖਾਂ ਦੇ ਨਾਲ ਦੇਖਿਆ, ਦੋ ਬੱਚੇ ਬੈਠੇ ਨੇ, ਆਪ ਜੀ ਦੇ ਵਿਚਾਰ ਪੁੱਠੇ ਸਿੱਧੇ ਚੱਲ ਪਏ। ਇਹ ਵੀ ਤਾਂ ਹੋ ਸਕਦਾ ਹੈ ਭੈਣ ਭਰਾ ਬੈਠੇ ਹੋਣ। ਹਕੀਕਤ ਹੈ। ਕੋਈ ਮਨੁੱਖ ਆਪਣੀ ਮਹਿਫਿਲ ਵਿੱਚ ਬੈਠਾ ਹੋਇਆ, ਆਪਣੇ ਤਰੀਕੇ ਨਾਲ ਬੈਠਾ ਹੋਇਆ, ਜੋ ਤੁਸੀਂ ਦੇਖ ਰਹੇ ਹੋ ਹਕੀਕਤ ਉਹ ਨਾ ਹੋਵੇ, ਕੁਝ ਹੋਰ ਹੀ ਗੱਲ ਹੋਵੇ। ਤੋ ਇਹਦੇ ਵਿੱਚ ਆਪਣਾ ਵਕਤ ਬਰਬਾਦ ਨਾ ਕਰਨਾ। ਤੋ ਸਾਹਿਬ ਕਹਿੰਦੇ ਨੇ, ਜਦੋਂ ਨਾਮ ਸੁਣਦਿਆਂ ਸੁਣਦਿਆਂ ਤੇਰੀ ਮੈਂ ਦੀ ਭਾਵਨਾ ਮਿਟ ਗਈ, ਬਸ ਉਸੇ ਵੇਲੇ ਤੂੰ ਪ੍ਰਗਟ ਹੋ ਜਾਏਗਾ, ਉਸੇ ਵੇਲੇ। ਪਰ ਮਨੁੱਖ ਕਈ ਵਾਰ ਕੀ ਸੋਚਦਾ ਹੈ ਕਿ ਜੇ ਕਿਧਰੇ ਮੈਂ ਹੀ ਆਪਣਾ ਮਿਟਾ ਦਿੱਤਾ ਤੇ ਕਿਧਰੇ ਮੇਰੀ ਹੋਂਦ ਨਾ ਖਤਮ ਹੋ ਜਾਏ। ਉਸ ਦਾ ਕੀ ਮਾਫ, ਹੋਂਦ ਹੀ ਤਾਂ ਮਿਟਾਣੀ ਆਪਣੀ। ਜਾਂ ਆਪਣੀ ਹੋਂਦ ਰੱਖ ਲੈ, ਜਾਂ ਗੁਰੂ ਦੀ ਹੋਂਦ ਰੱਖ ਲੈ, ਜਾਂ ਆਪਣਾ ਨਾਮ ਰੱਖ ਲੈ, ਜਾਂ ਗੁਰੂ ਦਾ ਨਾਮ ਰੱਖ ਲੈ। ਕਈ ਵਾਰੀ ਮਜਬੂਰਨ ਮੈਨੂੰ ਗੱਲ ਕਹਿਣੀ ਪੈਂਦੀ ਹੈ ਕਿ ਜਿਸ ਅਸਥਾਨ ਤੇ ਆਪਣਾ ਨਾਮ ਮਿਟਾਣਾ ਹੈ, ਜਿਸ ਅਸਥਾਨ ਤੇ ਆ ਕੇ ਆਪਣਾ ਨਾਮ ਮਿਟਾਣਾ ਹੈ, ਉਸੇ ਅਸਥਾਨ ਤੇ ਆ ਕੇ ਹੀ ਅਸੀਂ ਕਾਲੇ ਅੱਖਰਾਂ ਦੇ ਵਿੱਚ ਆਪਣਾ ਨਾਮ ਲਿਖਾ ਛੱਡਿਆ। ਅਕਸਰ ਜ਼ਿਕਰ ਕਰਦੇ ਸੀ ਸੰਤ ਸਿੰਘ ਮਸ਼ਕੀਨ ਕਿ ਜਦੋਂ ਦੀਵਾਰਾਂ ਤੇ ਨਾਮ ਲਿਖਿਆ ਜਾਂਦਾ ਹੈ ਤੇ ਪੀਲੀ ਇੰਕ ਨਾਲ ਨਹੀਂ ਲਿਖਿਆ ਜਾਂਦਾ, ਵਾਈਟ ਇੰਕ ਨਾਲ ਨਹੀਂ ਲਿਖਿਆ ਜਾਂਦਾ, ਕੇਵਲ ਤੇ ਕੇਵਲ ਬਲੈਕ ਇੰਕ ਨਾਲ ਲਿਖਿਆ ਜਾਂਦਾ ਹੈ। ਕਹਿੰਦੇ ਨੇ ਉਹ ਕਾਲੀ ਸ਼ਾਈ ਨਹੀਂ ਹੈ, ਉਹ ਤੁਹਾਡੇ ਕਾਲੇ ਕਾਰਨਾਮੇ ਨੇ ਦੀਵਾਰਾਂ ਤੇ ਲਿਖੇ ਹੋਏ ਨੇ। ਹਕੀਕਤ ਹੈ, ਉਹ ਕਾਲੇ ਕਾਰਨਾਮੇ ਨੇ ਤੁਹਾਡੇ। ਚੰਗਾ ਹੋਵੇ ਆਪਣਾ ਨਾਮ ਨਾ ਲਿਖਾਓ ਕਾਲੇ ਅੱਖਰਾਂ ਦੇ ਨਾਲ, ਕਾਲੀ ਇੰਕ ਦੇ ਨਾਲ ਨਾ ਲਿਖਾਓ। ਸਗੋਂ ਗੁਰੂ ਨੂੰ ਇਹ ਅਰਜ਼ ਕਰੋ, ਪਾਤਸ਼ਾਹ ਜੀ ਮੈਨੂੰ ਮਿਟਾ, ਤੂੰ ਪ੍ਰਗਟ ਹੋ, ਤੂੰ ਪ੍ਰਗਟ ਹੋ। ਤੋ ਸਾਹਿਬ ਕਹਿੰਦੇ ਨੇ ਕਿ ਇਸ ਮਾਰਗ ਤੇ ਤੁਰਨ ਵਾਸਤੇ ਤੇਰੀ ਝੋਲੀ ਦੇ ਵਿੱਚ ਇੱਕ ਸੇਵਾ ਪਾਏਗਾ ਕਿ ਹੁਣ ਤੂੰ ਇਸ ਮਾਰਗ ਤੇ ਆ, ਇਸ ਮਾਰਗ ਤੇ। ਮੇਰਾ ਮਿੱਤਰ ਮੈਨੂੰ ਅਕਸਰ ਕਹਿ ਦਿੰਦਾ ਹੈ, ਭਾਈ ਸਾਹਿਬ ਜੀ ਕੁਝ ਨਾ ਕੁਝ ਸੇਵਾ ਮੇਰੀ ਝੋਲੀ ਵਿੱਚ ਪਾਈ ਰੱਖਿਆ ਕਰੋ, ਕੁਝ ਨਾ ਕੁਝ ਸੇਵਾ, ਮਾਇਆ ਦੀ ਸੇਵਾ ਹੋਵੇ ਉਹ ਪਾ ਦਿਆ ਕਰੋ, ਹੋਰ ਕਿਸਮ ਦੀ ਸੇਵਾ ਹੋਵੇ, ਬਸ ਆਰੇ ਲੱਗੇ ਰਹੀ ਅਸੀਂ। ਤੇ ਮੈਂ ਫਿਰ ਅਰਜ਼ ਕਰਨਾ ਕਿ ਆਪੇ ਸੇਵਾ ਲਾਈਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਆਪ ਹੀ ਸਾਰ ਲੈਂਦਾ ਹੈ, ਕਿਉਂਕਿ ਸਾਰਿਆਂ ਦਾ ਮਾਂ ਪਿਓ ਉਪਦ ਹੈ। ਇਸਲਾਮ ਧਰਮ ਦੇ ਵਿੱਚ ਇੱਕ ਗੱਲ ਜਿਹੜੀ ਹੈ ਮੰਨੀ ਜਾਂਦੀ ਹੈ, ਉਹ ਹੈ, ਮੈਂ ਉਹਨਾਂ ਨੂੰ ਇੱਕ ਗੱਲ ਪੁੱਛੀ, ਆਪ ਜੀ ਦੇ ਬੱਚੇ ਕਿਤਨੇ ਨੇ? ਕਹਿਣ ਲੱਗੇ ਗਿਆਨੀ ਜੀ 10 ਬੱਚੇ ਨੇ। ਮੈਂ ਕਿਹਾ ਇਤਨੀ ਮਹਿੰਗਾਈ ਤੇ 10 ਬੱਚੇ, ਚੰਗਾ ਹੁੰਦਾ 2 ਹੀ ਹੁੰਦੇ। ਤਾਂ ਉਸ ਨੇ ਗੱਲ ਕੀ ਦੱਸੀ ਮੈਨੂੰ, ਕਹਿਣ ਲੱਗੇ ਗਿਆਨੀ ਜੀ 2 ਹੀ ਬੱਚੇ ਹੁੰਦੇ ਤਾਂ ਅੱਲਾਹ ਤਾਲਾ 2 ਬੱਚਿਆਂ ਜਿਤਨੀ ਹੀ ਖੁਰਾਕ ਦਿੰਦਾ। ਹੁਣ 8 ਬੱਚੇ ਨੇ, ਅੱਲਾਹ ਤਾਲਾ 8 ਬੱਚਿਆਂ ਦੀ ਖੁਰਾਕ ਦੇਗਾ। ਹਕੀਕਤ ਔਰ ਗੁਸਤਾਖੀ ਮਾਫ। ਇਹ ਗੱਲ ਵੀ ਮੈਨੂੰ ਕਹਿਣ ਦੇਣਾ, ਖਾਸ ਕਰਕੇ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ, ਖਾਸ ਕਰਕੇ ਅਮੀਰੀ ਵੀ ਰੱਜ ਕੇ ਸਾਡੇ ਸਿੱਖ ਪਰਿਵਾਰਾਂ ਦੇ ਕੋਲ ਰੱਜ ਕੇ ਅਮੀਰੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ।
ਤਾਂ ਵੀ ਸਾਡੇ ਸਿੱਖ ਬੱਚੇ ਜੋ ਹਨ ਉਹਨਾਂ ਦੇ ਘਰ ਸੰਤਾਨ ਹੋਵੇਗੀ, ਪਹਿਲੀ ਗੱਲ ਤਾਂ ਹੈ ਗੁਸਤਾਖੀ ਮਾਫ, ਉਹ ਪਹਿਲਾਂ ਤਾਂ ਕਬੂਲ ਹੀ ਨਹੀਂ ਕਰਦੇ, ਹਾਲੇ ਲੋੜ ਨਹੀਂ ਹੈ, ਹਾਲੇ ਲੋੜ ਨਹੀਂ ਹੈ। ਅਤੇ ਕੁੱਤੇ ਅਤੇ ਬਿੱਲੀ ਪਾਲਣਗੇ, ਕਹਿੰਦੇ ਨੇ ਇਹ ਸਾਡੇ ਬੱਚੇ ਨੇ, ਉਹਨਾਂ ਨਾਲ ਮੁਹੱਬਤ ਕਰਦੇ ਨੇ, ਇਹ ਸਾਡੇ ਬੱਚੇ ਨੇ। ਮੈਂ ਬੀਬੀ ਨੂੰ ਇਹ ਕਹਿੰਦੇ ਹੋਏ ਸੁਣਿਆ, ਕੈਟ ਪਾਲੀ ਹੋਈ ਹੈ, ਕਹਿੰਦਾ ਮੇਰੀ ਬੇਟੀ ਹੈ। ਡੋਗੀ ਪਾਲਿਆ ਹੋਇਆ, ਕਹਿੰਦਾ ਮੇਰਾ ਪੁੱਤਰ ਹੈ। ਇਹ ਹਕੀਕਤ ਵਿੱਚ ਕਹਿ ਰਿਹਾ, ਬੰਬੇ ਦੇ ਵਿੱਚ ਮੇਰੇ ਨਾਲ ਇਹ ਘਟਨਾ ਵਾਪਰੀ ਸੀ। ਅਤੇ ਮੈਂ ਜਦੋਂ ਕਿਹਾ ਮੈਂ ਥੋੜ੍ਹਾ ਜਿਹਾ ਆਰਾਮ ਕਰਨਾ ਹੈ, ਕਹਿਣ ਲੱਗੇ ਗਿਆਨੀ ਜੀ ਆਪ ਜੀ ਨੂੰ ਕੋਈ ਦਿੱਕਤ ਨਾ ਆਵੇ ਤਾਂ ਅੰਦਰ ਮੇਰੀ ਬੇਟੀ ਲੇਟੀ ਹੋਈ ਹੈ ਅਤੇ ਤੁਸੀਂ ਵੀ ਉੱਥੇ ਲੇਟ ਜਾਓ। ਮੈਂ ਹੈਰਾਨ ਹੋ ਗਿਆ, ਕੀ ਕਹਿੰਦੇ ਪਏ ਨੇ? ਅਤੇ ਮੈਂ ਅੰਦਰ ਜਾ ਕੇ ਦੇਖਿਆ ਅਤੇ ਉਹ ਕੈਟ ਪਾਲੀ ਹੋਈ, ਉਹ ਸੁੱਤੀ ਹੋਈ, ਇਹ ਸੁੱਤੀ ਪਈ ਹੈ। ਹੁਣ ਸਿੱਖ ਪਰਿਵਾਰਾਂ ਦੇ ਵਿੱਚ ਕਿਤਨੇ ਵੀ ਧਨੀ ਹਨ, ਪਹਿਲੀ ਗੱਲ ਤਾਂ ਬੱਚੇ ਕਬੂਲ ਹੀ ਨਹੀਂ ਕਰਦੇ ਪਏ, ਔਰ ਜੇ ਕਿਧਰੇ ਕਬੂਲ ਕੀਤਾ ਵੀ ਤਾਂ ਵੱਧ ਤੋਂ ਵੱਧ 1-2 ਦੀ ਤਾਂ ਫਿਰ ਗੱਲ ਹੀ ਭੁੱਲ ਜਾਂਦੇ ਨੇ। ਇੱਕੋ ਹੀ ਚਾਹੀਦਾ, ਜਾਂ ਬੇਟਾ ਹੋਵੇ ਜਾਂ ਬੇਟੀ ਹੋਵੇ। ਔਰ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਵਿਆਹ ਨੂੰ 10 ਸਾਲ ਹੋ ਗਏ ਨੇ, ਬੱਚੇ ਨਹੀਂ ਕਬੂਲੇ, ਉਸ ਤੋਂ ਬਾਅਦ ਫਿਰ ਕੁਦਰਤੀ ਨਹੀਂ ਹੁੰਦੇ। ਜੇ ਇਸੇ ਤਰ੍ਹਾਂ ਦੀ ਖੇਡ ਰਹੀ ਤਾਂ ਫਿਰ ਸਿੱਖਾਂ ਦੀ ਗਿਣਤੀ ਘਟਦੀ 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 ਇੱਕਦਮ ਲੋਪ ਹੋ ਜਾਏਗੀ। ਇਹ ਪ੍ਰਜਾਤੀ ਹੀ ਲੋਪ ਹੋ ਜਾਏਗੀ, ਪ੍ਰਜਾਤੀ। ਤਾਂ ਕੁਝ ਵਿਦਵਾਨਾਂ ਦਾ ਕਹਿਣਾ ਹੈ, ਅੱਜ ਦੇ ਨੌਜਵਾਨ ਬੱਚੇ ਕਹਿੰਦੇ ਨੇ ਕਿ ਘੱਟ ਤੋਂ ਘੱਟ ਬੱਚੇ 3-4 ਹੋਣੇ ਚਾਹੀਦੇ ਨੇ, ਭਾਵੇਂ ਉਹਦੇ ਵਿੱਚ ਬੇਟੀਆਂ ਹੋਣ ਚਾਹੇ ਬੇਟੇ ਹੋਣ, 3-4 ਬੱਚੇ ਹੋਣੇ ਚਾਹੀਦੇ ਨੇ। ਮੈਂ ਕਿਸੇ ਨੂੰ ਕਿਹਾ ਵੀ 3-4 ਬੱਚੇ, ਕਹਿਣ ਲੱਗੇ ਗਿਆਨੀ ਜੀ ਫੀਸ ਤੁਸੀਂ ਭਰੋਗੇ? ਹੱਦ ਹੋ ਗਈ। ਉਹਨਾਂ ਦੀ ਆਪਣੀ ਕਿਸਮਤ ਹੈ, ਉਹਨਾਂ ਦੇ ਆਪਣੇ ਭਾਗ ਨੇ, ਆਪਣੇ ਭਾਗ। ਮੁਕਤਸਰ ਮੈਂ ਅਰਜ਼ ਕਰਾਂ, ਜਦੋਂ ਬਾਣੀ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਕਿ ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਸਾਰ ਤੂੰ ਨਹੀਂ ਕਰਦਾ ਪਿਆ ਹੈ, ਬੱਚਿਆਂ ਨੂੰ ਤੂੰ ਨਹੀਂ ਖਿਲਾ ਪਿਲਾ ਰਹੀਆਂ, ਆਪੇ ਸਾਰ ਕਰੇ। ਬਸ ਇਤਨਾ ਯਕੀਨ ਆ ਜਾਵੇ, ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ, ਜੁਗ ਜੁਗ ਸ਼ੋਭਾ ਹੋਵੇ ਨਿਜ ਘਰ। ਜੇ ਆਪ ਜੀ ਨੂੰ ਅਸੀਂ ਪੁੱਛੀਏ ਆਪ ਜੀ ਦਾ ਘਰ ਕਿਹੜਾ ਹੈ, ਆਪ ਜੀ ਨੇ ਦੱਸ ਦੇਣਾ ਹਰੀ ਨਗਰ, ਸੁਭਾਸ਼ ਨਗਰ, ਕੀਰਤੀ ਨਗਰ, ਰਾਜਾ ਗਾਰਡਨ, ਇਹੀ ਦੱਸਣਾ ਆਪ ਜੀ ਨੇ। ਇਸ ਤੋਂ ਬਾਅਦ ਆਪ ਜੀ ਨੇ ਆਪਣੇ ਘਰ ਦਾ ਨੰਬਰ ਵੀ ਦੱਸ ਦੇਣਾ ਹੈ। ਕਦ ਕਿਸੇ ਨੇ ਆਖਿਆ ਕਿ ਗਿਆਨੀ ਜੀ ਇਹ ਸਾਡਾ ਘਰ ਨਹੀਂ ਹੈ, ਇਹ ਧਰਮਸ਼ਾਲਾ ਹੈ? ਕਦ ਕਿਸੇ ਨੇ ਆਖਿਆ ਹੈ? ਨਹੀਂ, ਮੇਰਾ ਘਰ ਹੈ, ਮੇਰਾ ਘਰ। तो साहिब की कहते ने, जिस घर में तुझे रहना बसना सो घर चीतना है। इत्थे तेरा सफ़र कितना को है? 20 साल, 30 साल, 40 साल, 50 साल, हुण 57 साल की दास की उम्र है। हुण भरोसा तो एक साह का भी नहीं, जां फिर वध तो वध 70 साल, 80 साल, साह का भी भरोसा नहीं वैसे तो। तो जो 57 साल गुजर गए, बाकी वो भी गुजर जाने। तो फिर असली घर केड़ा है? वो तो बनाया ही नहीं, वो तो तैयार ही नहीं किया। ये जो रोज़ कथा सुनते हो, रोज़ कीर्तन सुनते हो, रोज़ सिमरन साधना करते हो, ये आप जी अपना घर बना रहे हो। और घर भी ऐसा जुग जुग शोभा होए, जुगां जुगां तक शोभा चलती। कबीर साहिब की शोभा नूं कौन घटा सकता है? मीरा बाई की शोभा नूं कौन घटा सकता है? जुग जुग शोभा। अगां पौड़ी दे विच जो बोल साहिब ने दसे ने, मैं अर्ज करा, किसी ने किया ज्ञानी जी ये पौड़ी की है? सलोक तो समझ आ गया कि बहुत वड्डी गल कहनी होवे, 2 पंक्तियां विच 3 पंक्तियां विच उसनूं सलोक कहंदे ने, उसनूं दोहा भी कहंदे ने, महला कहंदे ने शरीर नूं, काया नूं, लेकिन पौड़ी किस नूं कहंदे ने? ये पौड़ी भी एक छंद का नाम है। जिवें मंजिल ते जाना होवे ते पौड़ियां दी लोड़ पैंदी है, ते एक एक पौड़ी ते कदम रखदे हां और मंजिल ते पहुंच जांदे हां।
तो गुरु साहब महाराज कहते हैं तू एको ही पौड़ी अपने जहन में उतार ले, तू मंजिल ते पहुँच जाएगा। एको ही पौड़ी, बहुती लोड़ भी नहीं है। आप जी को खबर है, एको ही पौड़ी सुनी सी भाई लहणा जी ने, एको ही पौड़ी। भाई जोध जी की रसना चो पौड़ी की सी? पौड़ी सी, जित सेवीए सुख पाईए, सो साहिब सदा संभालीए, जित कीता पाईए अपना सा घाल बुरी क्यों घालीए, मंदा मूल न कीचई दे लम्मी नदर निहालीए, ज्यों साहिब नाल नहारीए तेवे हा पासा डालीए, किचलाहे ऊपर घालीए। पहुँच गए मंजिल ते, धन गुरु अंगद देव पातशाह बन गए भाई लहणा जी तो। ਅਸੀਂ ਰੱਟੀ ਜਾ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਰੱਟੀ ਜਾ ਰਹੇ ਹਾਂ। ਕਿਤਨੇ ਅਖੰਡ ਪਾਠ ਸਾਹਿਬ ਚੱਲਦੇ ਨੇ, ਬਸ ਇੱਕ ਰਟਨ ਵਿਦਿਆ ਹੋ ਰਹੀ, ਬਾਕੀ ਕੁਛ ਵੀ ਨਹੀਂ ਹੈ। ਗੁਸਤਾਖੀ ਮਾਫ। ਸੰਤ ਸਿੰਘ ਮਸ਼ਕੀ ਨੇ ਇੱਕ ਗੱਲ ਹੋਰ ਕਹਿੰਦੇ ਸੀ, 50 ਸਾਲ ਹੋ ਗਏ ਕਿ ਪਾਠੀ ਸਿੰਘਾਂ ਨੂੰ। ਨਾਲ ਇਹ ਵੀ ਕਿਹਾ, ਮੈਂ ਪਾਠੀ ਸਿੰਘਾਂ ਤੋਂ ਵੀ ਮਾਫੀ ਮੰਗਦਾ, 50 ਸਾਲ ਹੋ ਗਏ ਪਾਠ ਕਰਦਿਆਂ 2 ਡਿਊਟੀਆਂ 3 ਡਿਊਟੀਆਂ ट्रिपल ड्यूटियां करते हैं 50 साल, पर एक पंक्ति का भाव भी जहन विच नहीं वसिया। हकीकत है। मैं भी बहुत सारे पाठ किए ना, आप जी हैरान होवोगे। एक बारी मैं 4 ड्यूटियां कीतियां, 4 ड्यूटी तो भाव 4 पाठियां की सेवा अकेले ने की। और किस तरह, जे 12 तो 2 इत्थे ड्यूटी की है, तो फिर 2:15 ਜਾਂ 2:30 ਵਜੇ तो लैके फिर दूजी थां ते, फिर 15 मिनट का गए, फिर तीजी थां ते। पर एक दिन गुरु ग्रंथ साहब के सामने खड़ के बेनती की, पातशाह जी मेरे तो नहीं होंदे पाठ, मेरे ते किरपा कर, मैनू कोई होर किरत बख्श दे, नहीं होंदे मेरे तो। उसने ये भी खैर पाई, तो पाठ नहीं कर सकता, कोई गल नहीं, तेनों कीर्तन की दात देने, तेनों कथा की दात दे। पौड़ी विच गुरु साहब की कह रहे ने, तू करन कारण समर्थ है करते, मैं तुझ बिन अवर ना कोई। बस इको पंक्ति पकड़ लेना, है प्रभु करता तू है, करता मैं नहीं हाँ, करता मैं नहीं हाँ। बच्चे नू जन्म दिता मैं करता नहीं हाँ, मैं जरिया हाँ, केवल ते केवल जरिया। बच्चे नू जन्म माँ ने नहीं दिता, पिता ने नहीं दिता, माँ केवल ते केवल नमित है, पिता नमित है। जन्मदाता वो है, पिता मेहनत करके कमा के लिया रहा है, पिता नमित है, देन वाला वो है, प्रसाद वो देंदा है। जो आप जी कमा के लियाते हो, ये प्रसाद गुरु ने दिता, आप जी केवल नमित हो। ये ना कहना बच्चियों कि मैं कमा के खिला रहा। तुद आपे सिष्ट सिरजिया, आपे फन गोई, तू आप ही बनांदा है, आप ही मिटांदा है। हुण इत्थे आप जी ने कहना, ज्ञानी जी जे बनाउंदा है तो फिर मिटाउण दी की लोड़ है, जे मिटाना ही सी तो फिर बनाउण दी की लोड़ सी। इत्थे सनातन धर्म दे विच 3 शक्तियां दा इन्हां ने जन्म कराया, कि जो बना सकता है वो मार नहीं सकता, जो मार सकता है वो रोटी नहीं दे सकता। इस करके 3 देवते खड़े कर देते, एक खलकत नूं बनाउण वाला, एक रोटी देण वाला, एक मिटाउण वाला, ब्रह्मा विष्णु महेश। पर गुरु नानक साहिब महाराज कहते नहीं, बनाउण वाला भी वही है, मिटाउण वाला भी वही है, रोजी देण वाला भी वही है। तुद आपे सिष्ट सिरजिया, आपे फन गोई, सब इको शब्द वरतदा, जो करे सो होई। इत्थे शब्द तो भाव है हुक्म, क्योंकि दद्दे नूं औकड़ लगी हुई है, इसका एक वचन, इसका भाव है हुक्म। उस एक दा ही हुक्म चल रहा है, और एक दे सदके बन रहा है, एक दे सदके ठहरदा है, एक दे सदके ही मिट जाता है, मिट जाता है। गल कह के मैं समाप्ति वलावां। वडियाई गुरुमुख दे, प्रभ हर पावे सोई। गुरु की गल सुन लई, गुरु के प्रति सन्मुख हो गए, साडा मुखड़ा गुरु वल हो गया, तो निरंकार ने साडी चोली विच खैर पानी है।
ਔਰ ਫਿਰ ਆਪ ਜੀ ਦੀ ਰਸਨਾ ਚੋਂ ਬੋਲ ਨਿਕਲਣਗੇ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰੂ ਸੋਈ। ਉਦੋਂ ਜਦੋਂ ਵਾਹਿਗੁਰੂ ਨਿਕਲਦਾ ਹੈ, ਇਹ ਤਨਤਾ ਦੇ ਨਾਲ ਨਿਕਲ ਰਿਹਾ ਹੈ। ਪ੍ਰਭੂ ਤੂੰ ਵਾਹ ਹੈ, ਮੈਨੂੰ ਰਿਜ਼ਕ ਦਿੱਤਾ ਹੈ, ਤੂੰ ਵਾਹ ਹੈ, ਮੈਨੂੰ ਪਰਿਵਾਰ ਦਿੱਤਾ ਹੈ, ਤੂੰ ਵਾਹ ਹੈ, ਤੂੰ ਮੈਨੂੰ ਸੁੰਦਰ ਮਕਾਨ ਦਿੱਤਾ ਹੈ। ਤੋ ਇਸ ਤਰ੍ਹਾਂ ਜਦੋਂ ਵਾਹ ਨਿਕਲੇ ਔਰ ਇਸ ਤਰ੍ਹਾਂ ਜਦੋਂ ਗੁਰੂ ਨਿਕਲੇ, ਕਹਿੰਦੇ ਨੇ ਫਿਰ ਵਾਹ ਵਾਹ ਜੋ ਜਨ ਕਰੇ ਤਿਨ ਕੋ ਪਰਜਾ ਪੂਜਣ ਆਈ। ਉਹਨਾਂ ਨੂੰ ਲੋਕ ਨਮਸਕਾਰ ਕਰਦੇ ਨੇ, ਭੁੱਲਾਂ ਚੁੱਕਾਂ ਦੀ ਖਿਮਾ